Hey students, welcome. Our today's topic is difference between acculturation and enculturation. ਸੰਸਕ੍ਰਿਤੀ ਗ੍ਰਹਿਣਤਾ ਅਤੇ ਸੰਸਕ੍ਰਿਤੀਕਰਨ ਦੇ ਵਿੱਚ ਕੀ ਡਿਫਰੈਂਸ ਹੈ, ਇਹਨੂੰ ਅਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਕਰਾਂਗੇ. ਇਟ ਇਜ਼ ਦ ਪ੍ਰੋਸੈਸ ਆਫ ਲਰਨਿੰਗ ਐਂਡ ਅਡੋਪਟਿੰਗ ਫਰੋਮ ਅਦਰਸ ਕਲਚਰ. ਇਹ ਦੂਸਰੇ ਦੇ ਮੀਨਸ ਕਲਚਰ ਨੂੰ ਜਦੋਂ ਅਸੀਂ ਅਡੋਪਟ ਕਰਦੇ ਹਾਂ ਉਹਨੂੰ ਅਸੀਂ ਅਕਲਚਰੇਸ਼ਨ ਕਹਿੰਦੇ ਹਾਂ. ਐਨਕਲਚਰੇਸ਼ਨ ਕੀ ਹੈ? ਇਟ ਇਜ਼ ਦ ਪ੍ਰੋਸੈਸ ਆਫ ਲਰਨਿੰਗ ਐਂਡ ਅਡੈਪਟਿੰਗ ਫਰੋਮ ਓਨ ਕਲਚਰ, ਮੀਨਸ ਆਪਣੇ ਕਲਚਰ ਨੂੰ ਅਡੋਪਟ ਕਰਨਾ ਇਜ਼ enculturation. It is the process by which one's culture becomes subsumed by others. Means ਇਹਦੇ ਵਿੱਚ ਦੂਸਰੇ ਦੇ ਕਲਚਰ ਦੇ ਵਿੱਚ ਰਚ ਮਿਚ ਜਾਣਾ, ਗ੍ਰਸਤ ਹੋ ਜਾਣਾ ਹੈ. It is process by which we acquire culture. ਇਹਦੇ ਵਿੱਚ ਅਸੀਂ ਜਿਹੜੇ ਕਲਚਰ ਹੈ ਉਹਨੂੰ acquire ਕਰਦੇ ਹਾਂ. Acculturation is not essential for survival but learned when necessary. ਹੁਣ acculturation ਜ਼ਰੂਰੀ ਨਹੀਂ ਹੈ ਜਿਉਂਦੇ ਰਹਿਣ ਲਈ, ਬਟ ਇਹਨੂੰ ਉਦੋਂ ਸਿੱਖਿਆ ਜਾਂਦਾ ਹੈ ਜਦੋਂ ਕਿ ਜ਼ਰੂਰੀ ਹੁੰਦਾ ਹੈ, ਉਦੋਂ ਇਹਨੂੰ ਅਡੋਪਟ ਕੀਤਾ ਜਾਂਦਾ ਹੈ. ਐਨਕਲਚਰੇਸ਼ਨ ਇਜ਼ ਨੈਸੈਸਰੀ ਐਂਡ ਆਫਨ ਅਕਰਸ ਵਿਦਾਊਟ ਐਨੀ ਇਨਫਲੂਐਂਸ. ਹੁਣ ਜੋ ਐਨਕਲਚਰੇਸ਼ਨ ਹੈ ਇਹ ਜ਼ਰੂਰੀ ਹੈ, ਮੀਨਸ ਜਿਸ ਤਰ੍ਹਾਂ ਦੇ ਅਸੀਂ ਕਲਚਰ ਦੇ ਵਿੱਚ ਪੈਦਾ ਹੋਇਆ ਉਹਦਾ ਇਫੈਕਟ ਸਾਡੇ ਉੱਪਰ ਪਏਗਾ ਹੀ ਪਏਗਾ. ਨੈਕਸਟ ਹੈ ਐਨਕਲਚਰੇਸ਼ਨ ਲੀਡਸ ਟੂ ਮੋਡੀਫਿਕੇਸ਼ਨ ਆਫ ਕਲਚਰ ਔਰ ਸਮ ਐਮਲਗਮ. ਮੀਨ ਜਿਹੜੇ ਸੱਭਿਆਚਾਰ ਦੇ ਵਿੱਚ ਕੁਛ ਜਿਹੜੀਆਂ ਤਬਦੀਲੀਆਂ ਨੇ ਉਹਦੇ ਵੱਲ ਐਨਕਲਚਰੇਸ਼ਨ ਨੂੰ ਖੜਦੀ ਹੈ, ਉਹਨੂੰ ਲੀਡ ਕਰਦੀ ਹੈ. ਐਨਕਲਚਰੇਸ਼ਨ ਡਜ਼ ਨੋਟ ਲੀਡ ਟੂ ਐਨੀ ਮੋਡੀਫਿਕੇਸ਼ਨ. ਹੁਣ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਜੋ ਮੋਡੀਫਿਕੇਸ਼ਨ ਹੁੰਦੀ ਹੈ, ਚੇਂਜ ਹੁੰਦੀ ਹੈ, ਐਨਕਲਚਰੇਸ਼ਨ ਉਹਨੂੰ ਲੀਡ ਨਹੀਂ ਕਰਦੀ. ਨੈਕਸਟ ਹੈ ਐਨਕਲਚਰੇਸ਼ਨ ਬਿਗਿਨਸ ਵੈਨ ਟੂ ਡਿਫਰੈਂਟ ਕਲਚਰਸ ਮੀਟ ਇਨ ਕੰਟੈਕਟ ਵਿਦ ਈਚ ਅਦਰ. ਐਨਕਲਚਰੇਸ਼ਨ ਕਦੋਂ ਹੁੰਦੀ ਹੈ? ਜਦੋਂ ਦੋ ਜਿਹੜੇ ਡਿਫਰੈਂਟ ਕਲਚਰ ਵਾਲੇ ਵਿਅਕਤੀ ਨੇ ਇੱਕ ਦੂਸਰੇ ਦੇ ਕੰਟੈਕਟ ਦੇ ਵਿੱਚ ਆਉਂਦੇ ਨੇ. ਦੇਅਰ ਇਜ਼ ਨੋ ਨੀਡ ਫॉर ਦ ਮੀਟਿੰਗ ਆਫ ਟੂ ਡਿਫਰੈਂਟ ਕਲਚਰਸ. ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਜ਼ਰੂਰਤ ਨਹੀਂ ਪੈਂਦੀ. ਅਕਲਚਰੇਸ਼ਨ ਫॉर ਦ ਲੌਂਗਰ ਪੀਰੀਅਡ ਆਫ ਟਾਈਮ ਲੀਡਸ ਟੂ ਅਸਿਮੀਲੇਸ਼ਨ. ਅਸਿਮੀਲੇਸ਼ਨ ਕੀ ਹੁੰਦਾ? ਅਸਿਮੀਲੇਸ਼ਨ ਇਜ਼ ਵੈਨ ਵਨ ਕੰਪਲੀਟਲੀ ਗਿਵਜ਼ ਅਪ ਓਨ ਕਲਚਰ ਐਂਡ ਫੋਲੋਜ਼ ਦਾ ਨਿਊ ਵਨ. ਮੀਨ ਜਦੋਂ ਆਪਣੇ ਕਲਚਰ ਨੂੰ ਛੱਡ ਕੇ ਨਵੇਂ ਕਲਚਰ ਦੇ ਵਿੱਚ ਬਿਲਕੁਲ ਹੀ ਅਸਿਮੀਲੇਟ ਹੋ ਜਾਣਾ, ਜੁੜ ਜਾਣਾ, ਉਦੋਂ ਜਿਹੜੀ ਕਲਚਰੇਸ਼ਨ ਹੈ ਮੀਨਸ ਜਦੋਂ ਲੌਂਗਰ ਪੀਰੀਅਡ ਹੋ ਜਾਂਦਾ ਹੈ. ਨੈਕਸਟ ਹੈ ਮੀਨਸ ਜਦੋਂ ਜ਼ਿਆਦਾ ਟਾਈਮ ਹੋ ਜਾਂਦਾ ਹੈ, ਉਸ ਟਾਈਮ ਜਿਹੜੀ ਐਕਲਚਰੇਸ਼ਨ ਆ ਉਹ ਵਾਪਰਨੀ ਸ਼ੁਰੂ ਹੁੰਦੀ ਹੈ. ਦੇਰ ਇਜ਼ ਨੋ ਸੱਚ ਰਿਸਕ ਆਫ ਅਸਿਮੀਲੇਸ਼ਨ. ਇਹਦੇ ਵਿੱਚ ਇਸ ਤਰ੍ਹਾਂ ਜਿਹੜੀ ਅਸਿਮੀਲੇਸ਼ਨ ਆ ਉਹਦਾ ਕੋਈ ਵੀ ਜਿਹੜਾ ਰਿਸਕ ਹੈ ਉਹ ਜਾਂ ਖਤਰਾ ਹੈ ਉਹ ਨਹੀਂ ਹੈ. ਨੈਕਸਟ ਹੈ ਐਕਲਚਰੇਸ਼ਨ ਯੂਜ਼ਲੀ ਡਜ਼ ਪ੍ਰੋਵਾਈਡ ਦਾ ਅਸੈਪਟੈਂਸ ਐਂਡ ਡਿਸਟਿੰਕਟ ਆਈਡੈਂਟੀਟੀ. ਹੁਣ ਇਹਦੇ ਵਿੱਚ ਜਿਹੜੇ ਅਲੱਗ-ਅਲੱਗ ਮੀਨਸ ਕੋਈ ਵੱਖਰੀ ਪਛਾਣ ਹੈ ਇਹਦੇ ਨਾਲ ਉਹ ਮਿਲਦੀ ਹੈ, ਅਸੈਪਟ ਵੀ ਕੀਤਾ ਜਾਂਦਾ ਅਤੇ ਜਿਹੜੀ ਵੱਖਰੀ ਪਛਾਣ ਹੈ ਇਹਦੇ ਨਾਲ ਉਹ ਮਿਲਦੀ ਹੈ ਕਿ ਇਹ ਦੇਖੋ ਇਹ ਕੈਨੇਡੀਅਨ ਨੇ, ਇਹ ਇੰਗਲੈਂਡ ਦੇ ਹੈ, ਇਹ ਇੰਡੀਅਨ ਨੇ, ਇਹ ਪਾਕਿਸਤਾਨ ਦੇ ਹੈ, ਠੀਕ ਹੈ ਜੀ. ਬਟ ਜਦੋਂ ਇੱਕ ਦੂਸਰੇ ਮਿਕਸ ਹੋਣਗੇ ਉਦੋਂ ਜਿਹੜੀ ਐਕਲਚਰੇਸ਼ਨ ਹੋਣੀ ਸ਼ੁਰੂ ਹੋਗੀ. ਮੀਨਸ ਜਿਹੜਾ ਡਿਫਰੈਂਸ ਆ ਉਹ ਰਹੇਗਾ ਹੀ ਰਹੇਗਾ. ਹੁਣ ਜੋ ਐਨਕਲਚਰੇਸ਼ਨ ਹੈ ਇਨ ਇੰਡੀਵਿਜੂਅਲ ਇਜ਼ ਫੁੱਲੀ ਅਸੈਪਟਡ ਇਨ ਐਨਕਲਚਰੇਸ਼ਨ ਪ੍ਰੋਸੈਸ. ਇਹਨੂੰ ਪੂਰੇ ਤਰੀਕੇ ਨਾਲ ਸਵੀਕਾਰਿਆ ਜਾਂਦਾ ਹੈ. ਐਕਲਚਰੇਸ਼ਨ ਇਜ਼ ਡਨ ਵਿਦ ਸਮ ਸਪੈਸ਼ਲ ਮੋਟਿਵ. ਹੁਣ ਜੋ ਅਕਲਚਰੇਸ਼ਨ ਹੈ ਕਦੋਂ ਹੁੰਦੀ ਹੈ? ਜਦੋਂ ਕਿਸੇ ਸਪੈਸ਼ਲ ਮੋਟਿਵ ਦੇ ਲਈ. ਸਪੋਜ਼ ਕਰੋ ਅਸੀਂ ਫੋਰਨ ਕੰਟਰੀ ਜਾ ਰਹੇ ਹਾਂ, ਉੱਥੇ ਰਹਿ ਰਹੇ ਹਾਂ ਅਤੇ ਕਾਫੀ ਦੇਰ ਦੇ ਲਈ ਰਹਿਣਾ ਵੀ ਹੈ. ਮੀਨਸ ਅਸੀਂ ਉੱਥੇ ਭਾਵੇਂ ਵਰਕ ਪਰਮਿਟ 'ਤੇ ਜਾ ਰਹੇ ਹਾਂ, ਭਾਵੇਂ ਅਸੀਂ ਸਟੱਡੀ ਬੇਸ 'ਤੇ ਜਾ ਰਹੇ ਹਾਂ, ਤਾਂ ਉੱਥੇ ਕੀ ਹੈ ਸਾਡਾ ਇੱਕ ਸਪੈਸ਼ਲ ਮੋਟਿਵ ਹੈ. ਇਸ ਕਰਕੇ ਸਾਨੂੰ ਉੱਥੋਂ ਦਾ ਜਿਹੜਾ ਕਲਚਰ ਹੈ ਉਹਨੂੰ ਅਡੋਪਟ ਕਰਨਾ ਹੀ ਪਏਗਾ. ਮੀਨਸ ਬਹੁਤ ਸਾਰੀਆਂ ਗੱਲਾਂ ਨੇ ਸਿੱਖਣੀਆਂ ਹੀ ਪੈਣਗੀਆਂ. ਦ ਫਾਊਂਡੇਸ਼ਨ ਫॉर ਐਨਕਲਚਰੇਸ਼ਨ ਇਜ਼ ਪੋਜ਼ੀਟਿਵ ਰੀਇਨਫੋਰਸਮੈਂਟ. ਹੁਣ ਇਹ ਕੀ ਹੈ? ਇੱਕ ਰੀਇਨਫੋਰਸਮੈਂਟ ਹੈ, ਪੋਜ਼ੀਟਿਵ ਸਕਾਰਾਤਮਕ ਸੁਧਾਰ ਹੈ ਜਾਂ ਪੁਨਰਬਲਨ ਹੈ, ਉਹਦਾ ਇਹ ਇੱਕ ਬੇਸ ਹੈ, ਫਾਊਂਡੇਸ਼ਨ ਹੈ, ਆਧਾਰ ਹੈ. ਐਕਲਚਰੇਸ਼ਨ ਇਜ਼ ਨਾਟ ਦ ਫਸਟ ਬਟ ਸੈਕਿੰਡ ਔਰ ਥਰਡ ਫੈਮਿਲੀਰਾਈਜੇਸ਼ਨ ਟੂ ਵੇਰੀਅਸ ਕਲਚਰ. ਹੁਣ ਐਕਲਚਰੇਸ਼ਨ ਕੀ ਹੈ? ਇਹ ਪਹਿਲਾ ਹੀ ਨਹੀਂ, ਮੀਨਸ ਜਿਹੜੇ ਦੂਸਰੇ ਅਤੇ ਤੀਸਰੇ ਨੇ, ਮੀਨਸ ਕਿਸੇ ਵੀ ਹੋਰ ਜਿਹੜੇ ਕਲਚਰ ਨੇ ਦੂਸਰਾ ਅਤੇ ਤੀਸਰਾ ਉਹਦੇ ਨਾਲ ਜ਼ਿਆਦਾ ਫੈਮੀਲੀਅਰ ਹੋਣ ਨੂੰ ਐਕਲਚਰੇਸ਼ਨ ਕਿਹਾ ਜਾਂਦਾ ਹੈ. Enculturation is the very first familiarization process to a particular culture and begins right after the birth. ਹੁਣ ਇਹ ਪਹਿਲਾ ਹੀ ਕਲਚਰ ਹੁੰਦਾ ਮੀਨਸ ਜਿਹਦੇ ਵਿੱਚ ਬੱਚਾ ਪੈਦਾ ਹੁੰਦਾ ਹੈ, ਉਹਦੇ ਨਾਲ ਜੋ ਉਹਦੀ ਅਟੈਚਮੈਂਟ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਹਾਂ ਐਨਕਲਚਰੇਸ਼ਨ. ਅਕਲਚਰੇਸ਼ਨ ਇਜ਼ ਨੈਸੈਸਰੀ ਫॉर ਦ ਬੈਟਰ ਅਡੈਪਟੇਸ਼ਨ ਇਨ ਫੋਰਨ ਸਰਾਊਂਡਿੰਗ. ਮੀਨ ਜਦੋਂ ਅਸੀਂ ਬਾਹਰਲੇ ਕਿਸੇ ਵੀ ਵਾਤਾਵਰਨ ਦੇ ਵਿੱਚ ਰਹਿਣਾ ਹੈ ਤਾਂ ਉਹਦੇ ਲਈ ਜੋ ਐਕਲਚਰੇਸ਼ਨ ਆ ਉਹ ਬਹੁਤ ਜ਼ਰੂਰੀ ਹੈ. ਜਿਵੇਂ ਕਿ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ, ਫੋਰਨ ਕੰਟਰੀ ਦੇ ਵਿੱਚ ਜੇਕਰ ਜਾ ਕੇ ਜੋਬ ਕਰਨੀ ਹੈ ਤਾਂ ਸਾਨੂੰ ਉੱਥੋਂ ਦੇ ਕਲਚਰ ਦੇ ਅਕੋਰਡਿੰਗ ਢਲਣਾ ਹੀ ਪਏਗਾ. ਐਨਕਲਚਰੇਸ਼ਨ ਟੀਚਸ ਐਨ ਇੰਡੀਵਿਜੂਅਲ ਆਫ ਹਿਸ ਹਰ ਪੋਜੀਸ਼ਨ, roles, expectations and behaviors of the particular culture in which he she live in. एनकल्चरेशन की है मीनस
ਇਹਦੇ ਵਿੱਚ ਇੱਕ ਵਿਅਕਤੀ ਨੂੰ ਉਹਦੀ ਪੋਜੀਸ਼ਨ ਕੀ ਹੈ, ਉਹਦਾ ਰੋਲ ਕੀ ਹੈ ਅਤੇ ਉਹਦੀਆਂ ਐਕਸਪੈਕਟੇਸ਼ਨਸ ਨੇ, ਇਹ ਜਿਹੜਾ ਕਲਚਰ ਆ ਉਹਦੇ ਬਾਰੇ ਸਿਖਾਉਂਦਾ ਹੈ। ਐਕਲਚਰੇਸ਼ਨ ਇਜ਼ ਕਾਮਨ ਅਮੰਗ ਦੋਜ਼ ਹੂ ਆਰ ਫਾਰ ਫਰੋਮ ਦੇਅਰ ਨੇਟਿਵ ਲੈਂਡ ਅਮੰਗ ਦਾ ਰਿਫਿਊਜ਼ੀਜ਼ ਐਂਡ ਮਾਈਗ੍ਰਾਂਟਸ। ਹੁਣ ਜਿਹੜੇ ਮਾਈਗ੍ਰਾਂਟਸ ਹੁੰਦੇ ਨੇ ਅਤੇ ਰਿਫਿਊਜ਼ੀ ਹੁੰਦੇ ਆ, ਉਹਨਾਂ ਲੋਕਾਂ ਦੇ ਵਿੱਚ ਜੋ ਐਕਲਚਰੇਸ਼ਨ ਆ ਉਹ ਬਿਲਕੁਲ ਕਾਮਨ ਹੈ। ਐਨਕਲਚਰੇਸ਼ਨ ਕੈਨ ਬੀ ਸੀਨ ਅਮੰਗ ਦਾ ਚਾਈਲਡ ਟਰਾਈਂਗ ਬੈਸਟ ਟੂ ਫੋਲੋ ਇਟਸ ਕਲਚਰ ਕੌਨਸ਼ੀਅਸਲੀ ਔਰ ਅਨਕੌਨਸ਼ੀਅਸਲੀ ਥਰੂ ਲਰਨਿੰਗ ਓਬਜ਼ਰਵਿੰਗ ਐਕਸੈਕਟਰਾ। ਹੁਣ ਜੋ ਐਨਕਲਚਰੇਸ਼ਨ ਹੈ ਉਹ ਬੱਚੇ ਦੇ ਵਿੱਚ ਮੀਨਜ਼ ਬੱਚਾ ਜਦੋਂ ਸਿੱਖ ਰਿਹਾ ਹੁੰਦਾ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ, ਨਾਲ ਨਾਲ ਅਸੀਂ ਦੇਖ ਰਹੇ ਹਾਂ ਉਸ ਕਲਚਰ ਨੂੰ ਜਿਹਨੂੰ ਕਿ ਬੱਚਾ ਫੋਲੋ ਕਰ ਰਿਹਾ, ਜਿਹਦੇ ਵਿੱਚ ਬੱਚਾ ਪੈਦਾ ਹੋਇਆ। ਇਹ ਜਿਹੜਾ ਕਲਚਰ ਹੈ ਬੱਚਾ ਕੌਨਸ਼ੀਅਸਲੀ ਅਤੇ ਅਨਕੌਨਸ਼ੀਅਸਲੀ ਦੇਖਣ ਦੇ ਨਾਲ, ਓਬਜ਼ਰਵ ਕਰਨ ਦੇ ਨਾਲ, ਫੋਲੋ ਕਰਨ ਦੇ ਨਾਲ ਇਹ ਸਿੱਖ ਰਿਹਾ ਹੁੰਦਾ ਏ। ਨੈਕਸਟ ਪੁਆਇੰਟ ਹੈ ਡੋਮੀਨੈਂਟ ਕਲਚਰ ਹੈਜ਼ ਦਾ ਇਨਫਲੂਐਂਸ ਓਵਰ ਦਾ ਅਦਰ। ਹੁਣ ਜਿਹੜਾ ਡੋਮੀਨੈਂਟ ਕਲਚਰ ਮੀਨਜ਼ ਪ੍ਰਮੁੱਖ ਹੁੰਦਾ ਹੈ, ਜਿਵੇਂ ਕਿ ਸਾਡੇ ਇੰਡੀਆ ਦਾ ਕਲਚਰ ਪ੍ਰਮੁੱਖ ਹੈ, ਮੇਨ ਕਲਚਰ ਹੋ ਗਿਆ ਇਹ, ਤਾਂ ਇਹ ਡੋਮੀਨੈਂਟ ਹੀ ਰਹੇਗਾ, ਦੂਸਰਿਆਂ ਦੇ ਉੱਪਰ ਆਪਣਾ ਪ੍ਰਭਾਵ ਪਾਏਗਾ। ਮੀਨਜ਼ ਹਰੇਕ ਕੰਟਰੀ ਦਾ ਜਿਹੜਾ ਆਪਣਾ ਖੁਦ ਦਾ ਕਲਚਰ ਹੈ ਦੂਸਰਿਆਂ ਦੇ ਉੱਪਰ ਐਜ਼ ਏ ਡੋਮੀਨੈਂਟ ਵਰਕ ਕਰਦਾ ਹੈ। ਬਟ ਇਨ ਐਨਕਲਚਰੇਸ਼ਨ ਨੋ ਐਨੀ ਅਦਰ ਕਲਚਰਸ ਪ੍ਰੈਜੈਂਸ ਮੇਕਸ ਡਿਫਰੈਂਸ। ਹੁਣ ਇਹਦੇ ਵਿੱਚ ਕਿਸੇ ਵੀ ਕਲਚਰ ਦਾ, ਹੁਣ ਜਿਵੇਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਸਾਡਾ ਇੰਡੀਆ ਮਲਟੀ ਕਲਚਰ ਹੈ, ਬਟ ਅਸੀਂ ਇੱਕ ਦੂਸਰੇ ਦੇ ਜਿਹੜਾ ਕਲਚਰ ਹੈ ਉਹਨੂੰ ਅਸੀਂ ਜਿਹੜਾ ਡਿਫਰੈਂਸ ਤਾਂ ਹੈਗਾ ਹੈ, ਬਟ ਅਸੀਂ ਕਿਸੇ ਨੂੰ ਇਨਫਲੂਐਂਸ ਨਹੀਂ ਕਰ ਰਹੇ। ਡੀਅਰ ਸਟੂਡੈਂਟਸ, ਇਹ ਸੀ ਤੁਹਾਡਾ ਡਿਫਰੈਂਸ। ਥੈਂਕਸ ਫॉर ਵਾਚਿੰਗ।